ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਹਮੇਸ਼ਾ ਦੀ ਤਰ੍ਹਾਂ ਤੁਹਾਡੇ ਬਹੁਤ ਸਾਰੇ ਸਾਨੂੰ ਫੋਨ ਕਾਲ ਫੀਡਬੈਕ ਤੁਸੀਂ ਵੱਖ-ਵੱਖ ਜਿਹੜੇ ਪੋਰਟਲਸ ਹਨ ਸੋਸ਼ਲ ਮੀਡੀਆ ਦੇ ਉੱਥੇ ਸਾਡੇ ਸ਼ੋਅ ਨੂੰ ਵੇਖ ਕੇ ਸਾਨੂੰ ਦਿੰਦੇ ਹੋ ਅਤੇ ਅਸੀਂ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡੇ ਵੱਲੋਂ ਜਿਹੜਾ ਸਾਨੂੰ ਬੜਾ ਸਕਾਰਾਤਮਕ ਅਤੇ ਆਲੋਚਨਾਤਮਕ ਜਿਹੜੀ ਤੁਹਾਡੀ ਫੀਡਬੈਕ ਹੈ ਉਹਦੇ ਲਈ ਅਸੀਂ ਤੁਹਾਡੇ ਹਮੇਸ਼ਾ ਰਿਣੀ ਰਹਾਂਗੇ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਨੂੰ ਤੁਸੀਂ ਜਿਹੜਾ ਨਿਵਾਰਦੇ ਰਹੋਗੇ ਆਪਣੇ ਵਡਮੁੱਲੇ ਵਿਚਾਰਾਂ ਦੇ ਨਾਲ। ਗੱਲ ਜ਼ਿੰਦਗੀ ਦੇ ਵਿੱਚ ਰੰਗਾਂ ਦੀ ਜਦੋਂ ਤੁਰਦੀ ਹੈ ਜਾਂ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਜਿਹੜੀਆਂ ਸਾਡੀਆਂ ਪੁਸਤਕਾਂ ਦੀ ਗੱਲ ਤੁਰਦੀ ਹੈ ਜਾਂ ਇਹ ਕਹਿ ਲਓ ਕਿ ਇਹ ਜਿਹੜੀਆਂ ਵਿਧਾਵਾਂ ਨੇ ਇਹਨਾਂ ਵਿਧਾਵਾਂ ਦੇ ਵਿੱਚ ਸ਼ਾਮਲ ਜਾਂ ਇਹਨਾਂ ਵਿਧਾਵਾਂ ਨੂੰ ਅੱਗੇ ਤੋਰਨ ਵਾਲੇ ਸਾਡੇ ਕਲਾਕਾਰ ਸਾਡੇ ਆਰਟਿਸਟ ਅਤੇ ਸਾਡੇ ਲੇਖਕ ਹੁੰਦੇ ਹਨ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਵੇਂ ਕਿਸੇ ਬੈਕਗਰਾਊਂਡ ਤੋਂ ਵੀ ਅੰਦਾਜ਼ਾ ਸ਼ਾਇਦ ਥੋੜ੍ਹਾ ਲਗਾ ਹੀ ਲਿਆ ਹੋਵੇਗਾ ਕਿ ਮੇਰੇ ਜਿਹੜਾ ਨਾਲ ਇੱਕ ਪੁਸਤਕ ਜਿਹੜੀ ਪਿੱਛੇ ਦਿਖਾਈ ਦੇ ਰਹੀ ਹੈ ਅੰਗਰੇਜ਼ੀ ਦਾ ਟਾਈਟਲ ਹੈ ਅਤੇ ਪਰ ਅਸੀਂ ਅੱਜ ਗੱਲਬਾਤ ਪੰਜਾਬੀ 'ਚ ਕਰਾਂਗੇ। ਅੰਗਰੇਜ਼ੀ ਦੇ ਵਿੱਚ ਵੀ ਅਸੀਂ ਇਸ ਪੁਸਤਕ ਦੇ ਬਾਰੇ ਜਾਣਕਾਰੀ ਔਰ ਹੋਰ ਕੀ ਕੁਛ ਹੈ ਔਰ ਕਿਵੇਂ ਇਹ ਪੁਸਤਕ ਜਿਹੜੀ ਹੈ ਇਹ ਤੁਹਾਡੇ ਹੱਥਾਂ ਤੱਕ ਹੁਣ ਪਹੁੰਚਣ ਵਾਲੀ ਹੈ ਕਿਵੇਂ ਹੋਣ ਚਾਹੁੰਦੀ ਹੈ ਸਾਰੇ ਕਾਸੇ ਨੂੰ ਦਾ ਰਚੈਤਾ ਇਹਦਾ ਲੇਖਕ ਅਤੇ ਕਲਾਕਾਰ ਆਰਟਿਸਟ। ਜੀ ਹਾਂ, ਬਹੁਤ ਹੀ ਨਾਮਵਰ ਔਰ ਦੁਨੀਆ ਭਰ ਦੇ ਵਿੱਚ ਜੇਕਰ ਅਸੀਂ ਗਿਣੇ ਚੁਣੇ ਮੌਜੂਦਾ ਸਮਿਆਂ ਦੇ ਵਿੱਚ ਪੰਜਾਬੀ ਦੇ ਆਰਟਿਸਟ ਜਾਂ ਸਿੱਖੀ ਨਾਲ ਸੰਬੰਧਿਤ ਪੇਂਟਿੰਗਸ ਬਣਾ ਰਹੇ ਆਰਟਿਸਟ ਦੀ ਗੱਲ ਕਰੀਏ ਪੇਂਟਰਸ ਦੀ ਗੱਲ ਕਰੀਏ ਤਾਂ ਇੱਕ ਬੜਾ ਸਿਰਮੌਰ ਨਾਮ ਹੈ ਆਰਟਿਸਟ ਜਸਵੰਤ ਸਿੰਘ ਹੋਰਾਂ ਦਾ ਜਿਹੜੇ ਕਿ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸੋ ਜਸਵੰਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਹੈਲੋ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਿੱਘਾ ਸਵਾਗਤ ਜੀ ਹੈ ਇਹਨੂੰ। ਧੰਨਵਾਦ ਜੀ, ਧੰਨਵਾਦ ਮੈਨੂੰ ਇਹ ਮੌਕਾ ਦੇਣ ਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਆਪਣੇ ਦੇਖਣ ਵਾਲਿਆਂ ਦਰਸ਼ਕਾਂ ਨਾਲ ਮੈਨੂੰ ਰੂਬਰੂ ਕਰਵਾਉਣ ਲਈ ਤੁਹਾਡਾ ਨਾਗਰਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਆਪਾਂ ਸਿੱਧੀ ਗੱਲ ਕਰਦੇ ਹਾਂ ਜੀ। ਗੱਲ ਚੱਲਦੀ ਹੈ ਉਹ ਇੱਕ ਪੰਜਾਬੀ 'ਚ ਗੀਤ ਵੀ ਕਦੇ ਆਇਆ ਸੀਗਾ ਕਿ ਪਾਣੀ ਦੇ ਆ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ ਹੈ ਨਾ ਜੀ। ਉਹ ਜਿਹੜਾ ਬੁਲਬੁਲਾ ਹੈ ਜੀ ਉਹ ਬੁਲਬੁਲਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਇੱਕ ਜੇ ਆਪਾਂ ਨੂੰ ਵਿਸ਼ੇ ਦੇ ਤੌਰ ਦੇ ਉੱਤੇ ਦੇਖੀਏ ਤਾਂ ਆਪਣੇ ਆਪ 'ਚ ਇੱਕ ਬੜਾ ਵੱਡਾ ਵਿਸ਼ਾ ਜਿਹਦੇ 'ਚ ਸਾਇੰਟੀਫਿਕਲੀ ਆਕਸੀਜਨ ਔਰ ਜਿਹੜੀ ਹਾਈਡਰੋਜਨ ਐਂਡ ਆਕਸੀਜਨ ਦਾ ਮੇਲ ਪਾਣੀ ਅਤੇ ਉਹਦੇ ਵਿੱਚ ਹਵਾ ਜਾਂ ਆਕਸੀਜਨ ਜਿਹੜੀ ਵੀ ਹੈ ਇਹ ਬੁਲਬੁਲਾ ਜਿਹੜਾ ਹੈ ਜੀ ਇਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਕਿ ਬੁਲਬੁਲੇ ਦੀ ਆਤਮ ਕਥਾ ਜਸਵੰਤ ਆਰਟਿਸਟ ਜਿਹੜੇ ਹਨ ਜੀ ਉਹ ਪੇਂਟ ਬਰਸ਼ ਤੋਂ ਕਲਮ ਵੱਲ ਕਿਵੇਂ ਉਹਨਾਂ ਦੇ ਹੱਥ 'ਚ ਆ ਗਈ ਜਾਂ ਕਲਮ ਪਹਿਲਾਂ ਸੀ ਤੇ ਪੇਂਟ ਬਰਸ਼ ਬਾਅਦ 'ਚ ਆਇਆ? ਤੁਹਾਡੇ ਦੋ ਸਵਾਲ ਨੇ ਜੀ। ਪਹਿਲਾ ਸਵਾਲ ਆਪਾਂ ਤੁਹਾਡਾ ਲੈਂਦੇ ਹਾਂ ਕਿ ਬੁਲਬੁਲੇ ਦੇ ਉੱਤੇ ਕਿ ਬੁਲਬੁਲਾ ਜਿੱਥੋਂ ਤੱਕ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ ਸਾਡੀ ਸੇਧ ਜਿਹੜੀ ਹੈ ਉਹ ਬਚਪਨ ਤੋਂ ਸਾਡੇ ਮਾਂ-ਬਾਪ ਤੋਂ ਸਾਨੂੰ ਜਿਹੜੀ ਸੇਧ ਹੈ ਜੀਵਨ ਦੀ ਉਹ ਗੁਰਬਾਣੀ ਤੋਂ ਮੈਂ ਸੋਚਦਾ ਕਿ ਸਾਨੂੰ ਮਿਲਦੀ ਹੈ ਘਰ ਦੇ ਵਿੱਚੋਂ ਮਿਲਦੀ ਹੈ ਜੀ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਜੀ। ਫਿਰ ਗੁਰੂ ਸਾਹਿਬ ਲਿਖਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਸਾਡੀ ਉਤਪਤੀ ਜਲ ਤੋਂ ਹੁੰਦੀ ਹੈ ਬਿਲਕੁਲ ਔਰ ਜਲ ਵਿੱਚ ਹੀ ਅਸੀਂ ਸਮਾਉਣਾ ਹੁੰਦਾ ਹੈ ਚਾਹੇ ਉਹ ਸਪਿਰਿਚੁਅਲੀ ਹੋਵੇ। ਅਸੀਂ ਜਦੋਂ ਸਪਿਰਿਚੁਅਲ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਜਲ ਕਾ ਜਲ ਥੀਆ ਸੰਪੂਰਨ ਹੁਆ ਰਾਮ ਕਿ ਜਲ 'ਚ ਸਮਾ ਜਾਵੇ ਬਿਲਕੁਲ ਇੱਕ ਕਤਰਾ ਸਮੁੰਦਰ 'ਚ ਸਮਾ ਜਾਵੇ ਉਸ ਨੂੰ ਅਸੀਂ ਸੰਪੂਰਨ ਹੋਣਾ ਕਹਿ ਦਿੰਦੇ ਹਾਂ। ਔਰ ਸਾਡੀ ਜਿਹੜਾ ਜ਼ਿੰਦਗੀ ਹੈ ਅਸੀਂ ਮਿਲੀਅਨਸ ਆਫ ਈਅਰਸ ਤੋਂ ਅਸੀਂ ਸੋਚਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਨਮਾਂ ਤੋਂ ਅਸੀਂ ਭਟਕਦੇ ਫਿਰਦੇ ਹਾਂ ਔਰ ਇਹ ਸਾਡੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਸਾਡਾ ਬਾਰ-ਬਾਰ ਜਨਮ ਲੈਣਾ ਅਤੇ ਹੋਰ ਸਾਰਾ ਕੁਛ ਉਹਨੂੰ ਸਾਨੂੰ ਸਿੱਖਿਆ ਦਿੰਦੇ ਕਿ ਕਿੱਦਾਂ ਇਸ ਨੂੰ ਤੁਸੀਂ ਅੱਛਾ ਕਰ ਸਕਦੇ ਹੋ ਜਾਂ ਇਸ ਨੂੰ ਤੁਸੀਂ ਥੰਮ ਸਕਦੇ ਹੋ ਅਤੇ ਇਸ ਤੋਂ ਮੈਨੂੰ ਸਮਝ ਆਈ ਕਿ ਜਿਹੜੀ ਸਾਡਾ ਜੀਵਨ ਆਹ ਵਾਲਾ ਜੀਵਨ ਹੈ ਜਿਹਨੂੰ ਹੁਣ ਦਾ ਜੀਵਨ ਕਹਿੰਦੇ ਆ ਜੀ ਇਹ ਤਾਂ ਬਹੁਤ ਛੋਟਾ ਸਮਾਂ ਹੈ ਇਨ ਕੰਪੈਰੀਜ਼ਨ ਫ੍ਰਿਕਸ਼ਨਸ। ਹਾਂ, ਜਦੋਂ ਅਸੀਂ ਟਾਈਮ ਦੀ ਗੱਲ ਕਰਦੇ ਹਾਂ ਸਾਡਾ ਟਾਈਮ ਕੋਈ ਹੋਰ ਹੈ ਕਿਸੇ ਹੋਰ ਰੈਲਮ ਦੇ ਵਿੱਚ ਟਾਈਮ ਕੋਈ ਹੋਰ ਹੁੰਦੇ ਨੇ ਜੀ। ਜਦੋਂ ਅਸੀਂ ਮਾਈਥੋਲੋਜੀ ਨੂੰ ਜਾਂ ਹਿੰਦੂ ਫਿਲਾਸਫੀ ਨੂੰ ਜਾਂ ਵੇਦਾਂਤ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਫਲਾਣੇ ਦੇਵਤੇ ਦਾ ਇੱਕ ਯੁੱਗ ਸਾਡੇ ਇੱਕ ਯੁੱਗ ਜਿਹੜਾ ਸੀ ਉਹ ਅਸੀਂ 1 ਮਿੰਟ 'ਚ ਜਾਂ ਸਾਡਾ 1 ਮਿੰਟ ਉੱਥੇ ਇੰਨੇ ਯੁੱਗ ਹੁੰਦੇ ਆ। ਇਹਦਾ ਟਾਈਮ ਤਾਂ ਰੈਲੇਵੈਂਟ ਹੈ ਨਾ
ਟਾਈਮ ਦਾ ਕੋਈ ਬੰਦਿਸ਼ ਨਹੀਂ ਹੈ। ਅਸੀਂ ਘੜੀ ਬਣਾ ਲਈ ਜਾਂ ਅਸੀਂ ਕਿਉਂਕਿ ਅਸੀਂ ਸੂਰਜ ਦੇ ਪ੍ਰਕਾਸ਼ ਅਧੀਨ। ਨਾਲ ਜਿਉਂਦੇ ਆ, ਉਹਦੇ ਅਧੀਨ ਜਿਉਂਦੇ, ਤੇ ਅਸੀਂ ਬਣਾ ਲਿਆ ਇਹ ਟਾਈਮ ਕਿ ਅੱਛਾ ਵੀ ਸਾਡਾ ਸੂਰਜ ਸਾਨੂੰ ਦਿਖਿਆ ਨਹੀਂ ਦਿਖਿਆ ਨਹੀਂ ਉਹ ਤਾਂ ਵਰਗੀਕਰਨ ਆਪਾਂ ਵਕਤ ਦੀ ਜੇਕਰ ਗੱਲ ਕਰੀਏ, ਉਹ ਆਪਣੀ ਜ਼ਿੰਦਗੀ ਨੂੰ ਸੁਚਾਰੂ ਰੂਪ ਚ ਚਲਾਉਣ ਦੇ ਲਈ, ਤਾਂ ਕਿ ਗਤੀਵਿਧੀਆਂ ਜਿਹੜੀਆਂ ਨੇ ਜਿਨ੍ਹਾਂ ਦੀ ਆਪਾਂ ਆਫ ਦੀ ਈਅਰ ਵੀ ਗੱਲ ਕਰਦੇ ਆ ਰਹੇ ਸੀ, ਮੂਵਮੈਂਟਸ ਜਿਹੜੀਆਂ ਨੇ, ਤਾਂ ਕਿ ਇੰਨੇ ਕੁ ਸਮੇਂ 'ਚ ਆਹ ਮੂਵਮੈਂਟ ਕਰੋ, ਇੰਨੇ ਸਮੇਂ 'ਚ ਆਹ ਕਰੋ, ਉਹ ਉਸ ਕਰਕੇ ਸ਼ਾਇਦ ਸਹੂਲਤ ਵਾਸਤੇ ਸਮਾਂ ਬਣਾ ਲਿਆ। ਤੇ ਮੈਨੂੰ ਇਹ ਲੱਗਿਆ ਕਿ ਵੀ ਜੀਵਨ ਤਾਂ ਇੱਕ ਬੁਲਬੁਲੇ ਵਾਂਗ ਹੈ, ਛਣ ਪੰਗੂਰ ਹੈ, ਕਿ ਛੋਟੀ ਜਿਹੀ ਜ਼ਿੰਦਗੀ ਹੈ ਸਾਡੀ, ਉਹਦੇ ਵਿੱਚ ਸਾਡੀਆਂ ਇੰਨੀਆਂ ਵੱਡੀਆਂ ਲਿਸਟਾਂ ਹੁੰਦੀਆਂ ਨੇ ਕੰਮ ਕਰਦੀਆਂ, ਸਾਡੀ ਸਿੱਖਿਆ ਇੰਨੀ ਹੁੰਦੀ ਹੈ ਕਿ ਤੂੰ ਆ ਕਰੀ, ਮਾਂ ਪਿਓ ਕਹਿੰਦੇ ਨੇ ਵੱਡਾ ਹੋ ਕੇ ਮੇਰਾ ਬੇਟਾ ਇਹ ਬਣੇਗਾ ਇਹ ਬਣੇਗਾ ਇਹ ਬਣੇਗਾ, ਹੈ ਨਾ। ਲੇਕਿਨ ਜਦੋਂ ਘਰ ਦੇ ਵਿੱਚੋਂ ਹੀ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੋਈ ਤੇ ਉਹ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਦੀ ਛੱਡ ਆਸ, ਤੇ ਇਹ ਸੋਚਣਾ ਪਏਗਾ। ਮੈਂ ਆਪਣੇ ਆਪ ਨੂੰ ਸੋਚਿਆ ਕਿ ਜੇ ਪਹਿਲਾਂ ਮਰਨ ਕਬੂਲ ਕਰਨਾ ਹੈ ਤੇ ਮਰਨ ਦਾ ਸਿੰਬਲ ਕੋਈ ਲੱਭਣਾ ਪੈਣਾ ਸੀਗਾ। ਮਰਨਾ ਕੀ ਹੈ, ਜੀਵਨ ਜਿਹੜਾ ਛੋਟਾ ਹੈ ਉਸ ਨੂੰ ਕਿਵੇਂ ਦੱਸਣਾ ਹੈ ਜੀ। ਤੇ ਮੇਰੇ ਲਈ ਲੱਗਿਆ ਕਿ ਇੱਕ ਬੁਲਬੁਲਾ ਜਿਹੜਾ ਹੈ ਨਾ, ਇਸੇ ਕਰਕੇ ਜਿਹੜਾ ਇੰਗਲਿਸ਼ ਦੇ ਵਿੱਚ ਵੀ ਜਿਹੜੀ ਜਦੋਂ ਟ੍ਰਾਂਸਲੇਟ ਕੀਤਾ ਬਬਲ ਇਨ ਅ ਰੇਨ, ਬਬਲ ਇਨ ਦ ਰੇਨ, ਕਿ ਅਸੀਂ ਕਿਉਂਕਿ ਬੁਲਬੁਲਾ ਇੱਕ ਜਿਹੜਾ ਹੁੰਦਾ ਨਾ, ਅਸੀਂ ਝੱਗ ਬਣਾ ਕੇ ਜਾਂ ਕੁਝ ਕਰ ਲਿਆ, ਅੱਜ ਕੱਲ੍ਹ ਬੱਚੇ ਉਡਾ ਲੈਂਦੇ ਬੁਲਬੁਲੇ, ਉਹਦੀ ਵੀ ਉਮਰ ਜ਼ਿਆਦਾ ਹੁੰਦੀ ਹੈ। ਬਟ ਬਬਲ ਇਨ ਦਾ ਰੇਨ ਕੋਈ ਪਤਾ ਨਹੀਂ ਕਦੋਂ ਬਣਿਆ, ਦੂਸਰਾ ਛਿੱਟਾ ਪਾਣੀ ਦਾ ਕਦੋਂ ਆਇਆ ਤੇ ਕਦੋਂ ਚਲੇ ਗਿਆ। ਮੈਨੂੰ ਲੱਗਦਾ ਔਰ ਮੇਰੇ ਖਿਆਲ ਤੁਸੀਂ ਬੜੇ ਵੱਡੇ ਜੇਕਰ ਆਪਾਂ ਇਹਨੂੰ ਵੱਡੇ ਉਹਦੇ ਤੇ ਦੇਖੀਏ, ਇਹਨੂੰ ਗੱਲ ਨੂੰ ਵਿਚਾਰ ਕੇ, ਤਾਂ ਇੱਕ ਤੁਸੀਂ ਇੱਕ ਬੜੀ ਡੂੰਘੀ ਫਲਸਫੇ ਦੀ ਗੱਲ ਕਰ ਦਿੱਤੀ ਹੈ ਕਿ ਹਰ ਇੱਕ ਦਾ ਜਿਹੜਾ ਇੱਕ ਜਨਮ ਹੈ ਨਾ, ਅੰਗਰੇਜ਼ੀ ਦੀ ਕਹਾਵਤ ਹੈ ਕਿ ਪੁਰਾਣੇ ਨੇ ਜਾਣਾ ਨਵੇਂ ਨੇ ਆਉਣਾ, ਤੇ ਇਹ ਬੁਲਬੁਲੇ ਆਪਾਂ ਬੁਲਬੁਲਿਆਂ ਦੇ ਮਾਨਨ ਦੀਆਂ, ਬੁਲਬੁਲਿਆਂ ਦੇ ਵਾਂਗ ਹੀ ਅਸੀਂ ਜਿੱਥੇ ਕਿ ਅਸੀਂ ਆ ਰਹੇ ਹਾਂ ਤੇ ਸਾਡੇ ਤੋਂ ਪਹਿਲਾਂ ਦੇ ਬੁਲਬੁਲੇ ਜਿਹੜੇ ਹਨ ਜੀ ਉਹ ਜਾ ਚੁੱਕੇ ਨੇ, ਸਾਡੇ ਤੋਂ ਬਾਅਦ ਦੇ ਬੁਲਬੁਲਿਆਂ ਨੇ ਆਉਣਾ ਹੈ। ਸੋ ਇਹ ਬੁਲਬੁਲੇ ਦੀ ਆਤਮ ਕਥਾ, ਔਰ ਤੁਸੀਂ ਇਹ ਦੇਖੋ, ਤੁਸੀਂ ਪਹਿਲੇ ਵੈਸੇ ਰੈਲੀਵੈਂਸੀ ਆਫ ਟਾਈਮ ਜਿਹੜੀ ਦੱਸ ਦਿੱਤੀ ਹੈ, ਕਿਸੇ ਦਾ 1 ਮਿੰਟ, ਕਿਸੇ ਦਾ 1 ਸਕਿੰਟ, ਤੇ ਇਹ ਆਤਮ ਕਥਾ ਜਿਹੜੀ ਹੈ ਜੀ, ਇਹਦੇ ਵਿੱਚ ਮੈਨੂੰ ਕੁਝ ਦੇਖਣ ਦਾ ਮੌਕਾ ਮਿਲਿਆ ਇਸ ਨੂੰ, ਤੁਹਾਡੀ ਪੁਸਤਕ ਨੂੰ, ਹੈ ਨਾ ਜੀ। ਤੋ ਇਹਦੇ ਬਾਰੇ ਦੱਸੋ ਕਿ ਇਹ ਟਾਈਟਲ ਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਹੁਣ ਜੀ, ਇਹਦੇ ਵਿੱਚ ਕੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਜਿਹੜੇ ਸਾਡੇ ਪਾਠਕ ਹਨ, ਜਿਹੜੇ ਤੁਹਾਡੇ ਭਵਿੱਖ ਦੇ ਵਿੱਚ ਜਿਨ੍ਹਾਂ ਨੇ ਕਿਤਾਬ ਲੈਣੀ ਹੈ, ਖਰੀਦ ਕੇ ਪੜ੍ਹਨੀ ਹੈ, ਕੀ ਕੁਝ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਜੀ? ਬੜਾ ਸਿੰਪਲ ਹੈ ਜੀ, ਕਿ ਜੀਵਨ ਜੋ ਹੈ ਅਸੀਂ ਬਚਪਨ ਤੋਂ ਲੈ ਕੇ, ਜਿੱਦਾਂ ਮੈਂ ਸੋਚਿਆ ਕਿ ਹਰ ਵਕਤ ਬਦਲ ਰਿਹਾ, ਜਿੱਦਾਂ ਹਰ ਦਿਨ ਬਦਲਦਾ, ਜੀਵਨ ਵੀ ਹਰ ਰੋਜ਼ ਬਦਲਦਾ ਹੈ, ਰਾਈਟ। ਉਸ ਬਦਲਾਵ ਨੂੰ ਅਸੀਂ ਕਿੱਦਾਂ ਐਕਸੈਪਟ ਕਰਦੇ ਹਾਂ, ਕਿੱਦਾਂ ਚੈਲੰਜਸ ਦੇ ਵਿੱਚੋਂ ਦੀ ਅਸੀਂ ਲੰਘਦੇ ਹਾਂ, ਉਹਨਾਂ ਚੈਲੰਜਸ ਨੂੰ ਮੈਂ ਆਪਣੇ ਲਾਈਫ ਦੇ ਚੈਲੰਜਸ ਨੂੰ ਜਿਹੜਾ ਹੈਗਾ ਨਾ, ਮੈਂ ਸੋਚਿਆ ਕਿ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਹਾਂ, ਗੱਪਾਂ ਮਾਰ ਲੈਂਦੇ ਹਾਂ, ਲੇਕਿਨ ਕਹਾਣੀ ਵਿੱਚ ਬੜੀ ਜਾਨ ਹੁੰਦੀ ਹੈ। ਹਾਂਜੀ, ਅਸੀਂ ਕੋਈ ਇੱਕ ਕਹਾਣੀ ਜਿਹੜੀ ਆ ਸਾਡੀਆਂ ਨਾਨੀ ਤੋਂ, ਦਾਦੀ ਤੋਂ ਅਸੀਂ ਸੁਣਦੇ ਹੁੰਦੇ ਸੀਗੇ ਕਹਾਣੀਆਂ, ਉਹ ਸਾਨੂੰ ਅੱਧੀ ਰਾਤ ਤੱਕ ਬੰਨ੍ਹ ਕੇ ਰੱਖਦੀਆਂ ਸੀ, ਫਿਰ ਸੁਪਨਿਆਂ ਦੇ ਵਿੱਚ ਵੀ ਉਹੀ ਜਿੰਨ ਆਉਂਦੇ ਸੀਗੇ। ਔਰ ਉਹ ਲੰਬੇ ਸਮੇਂ ਤੱਕ ਕਹਾਣੀਆਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਕਹਾਣੀਆਂ ਨੇ ਉਸਾਰੂ ਸੋਚ ਵਾਲੀਆਂ ਜਾਂ ਮੋਟੀਵੇਸ਼ਨਲ ਆਪਾਂ ਜਿਹਨਾਂ ਨੂੰ ਕਹਿ ਦਈਏ, ਉਹ ਕਹਾਣੀਆਂ ਇਨਸਾਨ ਦੇ ਕੈਰੈਕਟਰ, ਇਨਸਾਨ ਦੀ ਜਿਹੜੀ ਸੋਚਣ ਸ਼ਕਤੀ ਭਵਿੱਖ ਦੇ ਵਿੱਚ, ਉਹਦੇ ਅੱਗੇ ਜਿਹੜੇ ਆਉਣ ਵਾਲੇ ਜੀਵਨ, ਉਹ 'ਤੇ ਬੜਾ ਅਸਰ ਪਾਉਂਦੀਆਂ। ਔਰ ਮੇਰੇ ਖਿਆਲ ਤੁਸੀਂ ਇੱਕ ਬੜੀ ਵਧੀਆ ਵਿਧਾ ਜਿਹੜੀ ਹੈ ਜੀ, ਉਹ ਮਾਧਿਅਮ ਜਿਹੜਾ ਚੁਣਿਆ ਕਿ ਜੇ ਕਹਾਣੀ ਦੇ ਰਾਹੀਂ, ਕਥਾ ਦੇ ਰਾਹੀਂ ਇਹਨੂੰ ਜਿਹੜਾ ਬਿਆਨ ਕਰਨਾ। ਕਿਉਂਕਿ ਐਜ਼ ਅ ਪੇਂਟਰ, ਐਜ਼ ਐਨ ਆਰਟਿਸਟ, ਮੈਂ ਕਹਿੰਦਾ ਕਿ ਮੈਂ ਇੱਕ ਕਹਾਣੀਕਾਰ ਹੈ ਜੀ, ਆਮ ਅ ਸਟੋਰੀ ਟੈਲਰ ਜੀ। ਬਿਲਕੁਲ, ਕਿ ਇੱਕ ਮੇਰਾ ਖਿਆਲ ਆਇਆ, ਉਹਦੇ ਖਿਆਲ ਦੇ ਪਿੱਛੇ ਕੋਈ ਕਹਾਣੀ ਹੁੰਦੀ ਹੈ, ਉਹ ਰੰਗਾਂ ਦੇ ਨਾਲ ਕੈਨਵਸ ਦੇ ਉੱਤੇ ਉਹ ਜਿਹੜਾ ਥਾਟ ਹੈ ਉਸ ਨੂੰ ਅਸੀਂ ਦੇ ਦਿੰਦੇ ਹਾਂ, ਉਹ ਕਹਾਣੀ ਦੱਸ ਦਿੰਦੇ ਹਾਂ। ਲੇਕਿਨ ਜਿਹੜੀ ਕਲਾ ਦੀ ਖਾਸ ਗੱਲ ਹੈ, ਪੇਂਟਿੰਗ ਦੀ ਖਾਸ ਗੱਲ, ਮੇਰੀ ਕਹਾਣੀ ਕੈਨਵਸ ਤੱਕ ਆ ਗਈ ਜੀ, ਉਸ ਤੋਂ ਬਾਅਦ ਵੱਧ ਤੋਂ ਵੱਧ ਮੈਂ ਉਸਨੂੰ ਇੱਕ ਟਾਈਟਲ ਦੇ ਸਕਦਾ, ਪਰ ਮੈਂ ਚਾਹੁੰਦਾ ਹੁੰਦਾ ਕਿ ਉਹ ਕਹਾਣੀ ਤੁਹਾਡੀ ਆਪਣੀ ਕਹਾਣੀ ਹੋਵੇ। ਤੁਸੀਂ ਉਹਨਾਂ ਰੰਗਾਂ ਨੂੰ, ਤੁਸੀਂ ਉਹਨਾਂ ਇਮੇਜਸ ਦੇ ਵਿੱਚੋਂ ਕਿਹੜੀ ਕਹਾਣੀ ਲੱਭਦੇ ਆ ਜਾਂ ਘੜ ਸਕਦੇ ਆ, ਓਕੇ, ਉਹ ਤੁਹਾਡਾ ਆਪਣਾ ਖਿਆਲ ਹੋਣਾ ਚਾਹੀਦਾ, ਤੁਹਾਡਾ ਆਪਣਾ ਉਸ ਤਸਵੀਰ ਨਾਲ ਜੁੜਨਾ ਹੋਣਾ ਚਾਹੀਦਾ। ਇਹੀ ਸੋਚ ਕੇ ਮੈਂ ਸੋਚਿਆ ਕਿ ਜਿਹੜੇ ਮੇਰੇ ਸਾਰੇ ਖਿਆਲ ਨੇ, ਕਦੇ ਕਦੇ ਅਸੀਂ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਲੈਂਦੇ ਹਾਂ, ਲੇਕਿਨ ਜੇਕਰ ਇਹਨਾਂ ਸਾਰਿਆਂ ਨੂੰ ਥੋੜਾ ਜਿਹਾ ਕਲਮਬੰਦ ਕੀਤਾ ਜਾਵੇ, ਕਹਾਣੀ ਦਾ ਰੂਪ ਦਿੱਤਾ ਜਾਵੇ ਇਸ ਨੂੰ, ਔਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਇੰਟਰਸਟਿੰਗ ਹੋ ਸਕਦਾ। ਲਾਈਫ ਤਾਂ ਸਵਾਦ ਹੈ ਨਾ ਜੀ, ਸਵਾਦ ਹੀ ਆਨੰਦ ਹੈ ਨਾ, ਕਿਸੇ ਲੈਵਲ ਦੇ ਉੱਤੇ, ਤੇ ਇਸ ਜੀਵਨ ਦਾ ਥੋੜਾ ਜਿਹਾ ਹੋਰ ਸਵਾਦ ਲਿਆ ਜਾ ਸਕੇ, ਆਨੰਦ ਲਿਆ ਜਾ ਸਕੇ। ਕੀ ਬਾਤ ਹੈ ਜੀ, ਇਹ ਮੇਰਾ ਜਿਹੜਾ ਮਤਲਬ ਮਕਸਦ ਸੀਗਾ ਪੁਸਤਕ ਰੂਪ ਦੇ ਵਿੱਚ ਦੇਣ ਦਾ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਦੇ ਕਿ ਅੱਜ ਦੇ ਇਸ ਗੱਲਬਾਤ ਦੇ ਵਿੱਚ, ਇਸ ਪੁਸਤਕ ਦੇ ਵਿੱਚ ਕੀ ਕੁਝ ਰੌਚਕ ਜਾਣਕਾਰੀ ਹੈ,
ਇਹ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਹੈਲੋ ਕੈਨੇਡਾ ਦੇ ਬੜੀ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਸਾਡੇ ਸਟੂਡੀਓ ਦੇ ਵਿੱਚ ਅੱਜ ਆਰਟਿਸਟ ਜਸਵੰਤ ਸਿੰਘ ਹਾਜ਼ਰ ਹਨ ਔਰ ਜਿਨ੍ਹਾਂ ਦੀ ਪੇਂਟਿੰਗਸ ਦੀ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ। ਇਹਨਾਂ ਦੀਆਂ ਪੇਂਟਿੰਗਸ ਦਾ ਜਿਹੜਾ ਵਿਸ਼ਾ ਵਸਤੂ ਜਿਹੜਾ ਹੈ ਜੀ ਲੇਟਲੀ ਕਿਸ ਵਿਸ਼ੇ ਦੇ ਨਾਲ ਸੰਬੰਧਿਤ ਪੇਂਟਿੰਗਸ ਬਣਾ ਰਹੇ ਨੇ ਔਰ ਇਹਨਾਂ ਦੇ ਥੋੜ੍ਹਾ ਜਿਹਾ ਜਿਹੜਾ ਹੈ ਜੀ ਇਹਨਾਂ ਦੇ ਪਿਛੋਕੜ ਬਾਰੇ ਵੀ ਔਰ ਖਾਸ ਤੌਰ ਤੇ ਇਸ ਪੁਸਤਕ ਬੁਲਬੁਲੇ ਦੀ ਆਤਮ ਕਥਾ। ਵੇਖਦੇ ਰਹੋ ਹੈਲੋ ਕੈਨੇਡਾ ਪੰਜਾਬ ਸਟਾਰ ਟੀਵੀ ਤੇ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ। ਵੈਲਕਮ ਟੂ ਹੈਲੋ ਕੈਨੇਡਾ। ਔਰ ਅੱਜ ਦੀ ਇਸ ਖਾਸ ਗੱਲਬਾਤ ਦੇ ਵਿੱਚ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹਨ ਆਰਟਿਸਟ ਜਸਵੰਤ ਸਿੰਘ ਜੀ। ਹਾਂ, ਔਰ ਇਹ ਆਪਣੀ ਇਹਨਾਂ ਦੀ ਨਵੀਂ ਆ ਰਹੀ ਜਿਹੜੀ ਪੁਸਤਕ ਰਿਲੀਜ਼ ਹੋਣ ਜਾ ਰਹੀ ਹੈ ਬੜੀ ਜਲਦੀ, ਉਹ ਹੈ ਬੁਲਬੁਲੇ ਦੀ ਆਤਮ ਕਥਾ। ਔਰ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਇਹ ਜਿਹੜੀ ਪੁਸਤਕ ਹੈ ਅ ਬਬਲ ਇਨ ਦ ਰੇਨ, ਉਹ ਵੀ ਕਿਸੇ ਹੋਰ ਮੌਕੇ ਦੇ ਉੱਤੇ ਉਹਦੇ ਬਾਰੇ ਵੀ ਕਿਤਾਬ ਉਹ ਅੰਗਰੇਜ਼ੀ 'ਚ ਹੈ ਉਹ ਬੁਲਬੁਲੇ ਦੀ ਆਤਮ ਕਥਾ ਹੀ। ਸੋ ਉਸ ਦਾ ਵਿਮੋਚਨ ਜਿਹੜਾ ਹੈ ਉਹ ਵੀ ਰਿਲੀਜ਼ ਕੀਤੀ ਜਾਏਗੀ। ਔਰ ਫਿਲਹਾਲ ਜਿਹੜੀ ਹੈ ਆਤਮ ਕਥਾ ਜਿਹੜੀ ਬੁਲਬੁਲੇ ਦੀ ਆਤਮ ਕਥਾ ਹੈ ਇਸ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਤਾਂ ਤੁਸੀਂ ਗੱਲ ਜ਼ਿਕਰ ਕਰ ਰਹੇ ਸੀ ਜਸਵੰਤ ਜੀ, ਵੈਲਕਮ ਬੈਕ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ। ਹਰ ਇੱਕ ਦੀ ਆਪਣੀ ਕੋਈ ਇੱਕ ਇੰਟਰਪ੍ਰੀਟੇਸ਼ਨ ਕਰਨ ਦਾ ਉਹਨਾਂ ਦਾ ਹੁੰਦਾ ਕਿ ਉਹ ਕਿਸੇ ਚੀਜ਼ ਨੂੰ, ਜਿਵੇਂ ਤੁਸੀਂ ਪੇਂਟਿੰਗ ਦੀ ਗੱਲ ਕੀਤੀ, ਰੰਗਾਂ ਬ੍ਰਸ਼ ਦੇ ਨਾਲ ਜਿਹੜੇ ਰੰਗਾਂ ਦੇ ਨਾਲ ਤਸਵੀਰਾਂ ਬਣਦੀਆਂ ਨੇ ਉਹਨਾਂ ਨੂੰ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟ ਕਰਦਾ ਹੈ। ਔਰ ਤੁਸੀਂ ਇੱਕ ਕਦਮ ਹੋਰ ਅੱਗੇ ਜਾ ਕੇ ਉਹਨਾਂ ਰੰਗਾਂ ਨੂੰ ਜਿਹੜਾ ਹੈ ਜੀ ਕਲਮਬੱਧ ਕਰਕੇ ਆਪਣੀਆਂ ਕਹਾਣੀਆਂ, ਆਪਣੀ ਯਾਤਰਾ, ਜੇ ਮੈਂ ਕਹਾਂ ਜਦੋਂ ਆਤਮ ਕਥਾ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਉਹ ਬੁਲਬੁਲਾ ਹੈ, ਕਿਤੇ ਇਹ ਬੁਲਬੁਲਾ ਜਸਵੰਤ ਸਿੰਘ, ਆਰਟਿਸਟ ਜਸਵੰਤ ਸਿੰਘ ਤਾਂ ਨਹੀਂ? ਮੈਨੂੰ ਨਹੀਂ ਪਤਾ। ਅੱਛਾ ਜੀ। ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਨੂੰ ਇਸ ਗੱਲ ਦਾ ਨਹੀਂ ਗਿਆਨ, ਪਰ ਜੋ ਅੰਦਰ ਮਨ ਵਿੱਚ ਚੱਲ ਰਿਹਾ ਸੀਗਾ ਉਹ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੂਸਰੀ ਗੱਲ ਇਹ ਹੈ ਕਿ ਕਿਤਾਬ ਪੜ੍ਹ ਕੇ, ਮੇਰੀਆਂ ਤਸਵੀਰਾਂ ਦੇਖ ਕੇ ਬੰਦੇ ਨੂੰ ਅੰਦਾਜ਼ਾ ਹੋ ਸਕਦਾ ਹੈ ਜਾਂ ਹੋ ਜਾਣਾ ਚਾਹੀਦਾ ਹੈ ਕਿ ਵੀ ਇਹ ਕਿੱਦਾਂ ਦੀ ਕਹਾਣੀ ਹੈ। ਫਿਰ ਵੀ ਮੈਂ ਸੋਚਦਾ ਕਿ ਮੈਂ ਇਸ ਨੂੰ ਜਦੋਂ ਪ੍ਰਿੰਟ ਫਾਰਮ ਦੇ ਵਿੱਚ ਆ ਗਈ ਆਪਣੇ ਆਪ ਨਾਲੋਂ ਤੋੜ ਲਿਆ ਇਸ ਨੂੰ। ਓਕੇ। ਇਹ ਹੁਣ ਪੜ੍ਹਨ ਵਾਲੇ ਤੇ ਦੇਖਣ ਵਾਲੇ ਤੇ ਡਿਪੈਂਡ ਕਰਦਾ ਹੈ ਕਿ ਉਹ ਇਹਦੇ ਵਿੱਚੋਂ ਮੇਰੀ ਕਹਾਣੀ ਲੱਭਦੇ ਨੇ ਜਾਂ ਉਹਨਾਂ ਦੀ ਆਪਣੀ ਕਹਾਣੀ ਲੱਭਦੇ ਨੇ, ਜਿਹੜੀ ਲਾਈਫ ਦੀ ਸਟਰਗਲ ਹੈ। ਔਰ ਮੇਰੇ ਖਿਆਲ ਦੇ ਵਿੱਚ ਨਾ ਤੁਸੀਂ ਜਿਹੜੀ ਬੜੀ ਵਧੀਆ ਗੱਲ ਕੀਤੀ ਹੈ ਡਿਟੈਚਮੈਂਟ, ਔਰ ਇਹ ਜਿਹੜੀ ਡਿਟੈਚਮੈਂਟ ਇੱਕ ਰਾਈਟਰ ਜਿਹੜਾ ਹੈ ਨਾ ਜੀ, ਅਦਰਵਾਈਜ਼ ਤਾਂ ਉਹਦੀ ਲਿਖਤ ਇੱਕ ਰਾਈਟਰ ਦੀ ਰਹਿਣੀ ਹੈ ਇਹ, ਪਰ ਆਪਣੇ ਆਪ ਨੂੰ ਡਿਟੈਚ ਕਰਕੇ ਤੇ ਪਰੇ ਹੋ ਕੇ ਤੇ ਪਾਠਕਾਂ ਦਾ ਪਾਠਕ ਜਿਹੜਾ ਆਨੰਦ ਦੀ ਤੁਸੀਂ ਗੱਲ ਕੀਤੀ ਹੈ, ਪਾਠਕ ਪੜ੍ਹ ਕੇ ਕੀ ਉਹਦੇ ਚੋਂ ਕੱਢਦਾ, ਇੰਟਰਪ੍ਰੀਟ ਕੀ ਕਰਦਾ, ਇਹ ਮੇਰੇ ਖਿਆਲ 'ਚ ਇੱਕ ਨਵੀਂ ਨਵੇਕਲੀ ਗੱਲ ਤੁਸੀਂ ਆਖੀ। ਔਰ ਇਹ ਜੇਕਰ ਸਾਰੇ ਇੱਦਾਂ ਆਪਾਂ ਕਰਕੇ ਸੋਚੀਏ ਤਾਂ ਲੇਖਕ ਜਿਹੜਾ ਹੈ ਜੀ ਵਰਗ, ਉਹਨਾਂ ਨੂੰ ਅਗਲੀਆਂ ਪੁਸਤਕਾਂ ਦੇ ਲਈ ਵੀ ਵਧੀਆ ਹੋ ਸਕਦਾ ਹੈ, ਉਹਨਾਂ ਨੂੰ ਸੇਧ ਮਿਲ ਸਕਦੀ ਹੈ। ਔਰ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਹਰ ਇੱਕ ਦੀ ਕਹਾਣੀ ਹੋ ਸਕਦੀ ਹੈ। ਸੋ ਇਨਸਾਨ ਜਿਹੜਾ ਹੈ ਜੀ ਧਰਤੀ ਦੇ ਉੱਤੇ ਜਿਹੜਾ ਇੱਕ ਵਾਰੀ ਆ ਗਿਆ ਜੀ, ਉਹਦੀ ਕੋਈ ਨਾ ਕੋਈ ਸਟਰਗਲ ਆ, ਉਹਦੀ ਕੋਈ ਨਾ ਕੋਈ, ਜਿਵੇਂ ਅਕਸਰ ਇਹ ਗੱਲ ਕਹੀ ਜਾਂਦੀ ਕਿ ਹਰ ਇਨਸਾਨ ਨਾ ਆਪਣੀ ਫਿਲਮ ਦਾ ਲਿਖੀ ਜਾ ਰਹੀ ਪਟਕਥਾ ਸਟੋਰੀ ਤੇ ਉਹਦਾ ਹੀਰੋ ਆਪ ਹੀ ਹੁੰਦਾ ਹੈ। ਬਿਲਕੁਲ ਠੀਕ ਹੈ ਨਾ ਜੀ, ਕਦੇ ਉਹ ਰੋਲ ਪਲੇ ਕਰਦਾ। ਸੋ ਤੁਸੀਂ ਵੀ ਐਸਾ ਹੀ ਜਿਹੜਾ ਇਸ ਗੱਲ ਦਾ ਮੈਂ ਸਮਝਦਾ ਕੀਤਾ। ਤੋ ਬ੍ਰਸ਼ ਦੀ ਗੱਲ ਚੱਲੀ, ਰੰਗਾਂ ਦੀ ਗੱਲ ਚੱਲੀ, ਆਰਟਿਸਟ ਜਸਵੰਤ ਸਿੰਘ ਆਰਟਿਸਟ ਕਿੱਥੋਂ ਚੱਲਿਆ ਤੇ ਕਿਵੇਂ ਬਣਿਆ, ਤੇ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਹੁਣ ਥੋੜਾ ਜਿਹਾ ਇਹ ਸਵਾਲ ਵੈਸੇ ਸ਼ੁਰੂ 'ਚ ਪੁੱਛੇ ਜਾਂਦੇ ਨੇ, ਪਰ ਅਸੀਂ ਇਹਨੂੰ ਹੁਣ ਮੈਂ ਪੁੱਛ ਰਿਹਾ ਤੁਹਾਡੇ ਕੋਲੋਂ। ਬੜਾ ਸਧਾਰਨ ਜੀ ਗੱਲ ਹੈ ਜੀ, ਜੀ ਬਹੁਤ ਸਧਾਰਨ ਗੱਲ ਹੈ। ਸੌਰੀ ਜੀ ਕਿ ਅਸੀਂ ਵੀ, ਮੈਂ ਵੀ ਆਮ ਸਾਡੇ ਪੰਜਾਬੀ ਜਿਹੜੇ ਕਿ ਕੈਨੇਡਾ ਵਿੱਚ ਆ ਵਸਦੇ ਨੇ, ਬਹੁਤਿਆਂ ਸਾਰਿਆਂ ਵਾਂਗ ਮੈਂ ਵੀ ਇੱਕ ਆਮ ਜਿਹੇ ਛੋਟੇ ਜਿਹੇ ਘਰ ਤੋਂ ਨਿਕਲਿਆ, ਸਿੱਖ ਘਰ ਤੋਂ ਨਿਕਲਿਆ, ਰਾਈਟ। ਔਰ ਉਹੀ ਸਟਰਗਲ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਉਸ ਸਟਰਗਲ ਦੇ ਵਿੱਚੋਂ ਲੰਘੇ। ਪਿੰਡ ਦੇ ਵਿੱਚ ਕੋਈ ਨਹੀਂ ਸੀ ਜਾਣਦਾ। ਜੇ ਕਿਸੇ ਨੂੰ ਮੈਂ ਕਹਿੰਦਾ ਵੀ ਸੀ ਮੈਂ ਆਹ ਦੇਖੋ ਆਰਟ ਕਰਦਾ, ਤੇ ਉਹ ਇੱਕ ਬੜਾ ਆਮ, ਸੌਰੀ ਟੀਵੀ ਤੇ ਆਪਾਂ ਨਹੀਂ ਕਹਿ ਸਕਦੇ, ਬੜਾ ਭੈੜਾ ਜਿਹਾ ਲਫ਼ਜ਼ ਕਹਿ ਸਕਦੇ ਕਿ ਇਹ ਕੀ ਆਰਟ ਹੈ। ਲੇਕਿਨ ਮੇਰੇ ਅੰਦਰ ਕਿਤੇ ਨਾ ਕੋਈ ਅੱਗ ਸੀਗੀ ਕਿ ਯਾਰ ਇਹ ਮੈਂ ਜੋ ਕਰ ਰਿਹਾ ਨਾ, ਮੈਨੂੰ ਲੱਗਦਾ ਕਿ ਅੰਦਰੋਂ ਇਹਦਾ ਮੈਨੂੰ ਸਵਾਦ ਆ ਰਿਹਾ, ਆਨੰਦ ਆ ਰਿਹਾ, ਤੇ ਇਹ ਆਨੰਦ ਜਿਹੜਾ ਇਹ ਵੱਡਾ ਹੋ ਸਕਦਾ ਹੈ। ਓਕੇ, ਇੱਕ ਸਕੂਲ ਦੀ, ਪਿੰਡ ਦੀ ਗੱਲ ਹੈ ਇਹ ਪਿੰਡ ਤੋਂ ਜਿਹੜੀ ਗੱਲ ਹੈ। ਪਿੰਡ ਸਾਡੇ ਕਾਫੀ ਦਰਸ਼ਕ ਹੋਣਗੇ, ਉਹਨਾਂ ਨੂੰ ਆਪਣਾ ਪਿੰਡ ਦਾ ਪਿਛੋਕੜ ਇਲਾਕਾ ਵੀ ਦੱਸ ਦਿਓ ਕਿੱਥੋਂ ਜੀ। ਮੇਰਾ ਤੁੰਗ ਪਿੰਡ ਦਾ ਨਾਮ ਹੈ ਜੀ। ਉਸ ਪਿੰਡ ਦੇ ਵਿੱਚ ਮੈਂ ਜਨਮਿਆ। ਬੜਾ ਇਤਿਹਾਸਕ ਪਿੰਡ ਹੈ। ਅੰਮ੍ਰਿਤਸਰ ਸ਼ਹਿਰ ਜਿਹੜਾ ਗੋਲਡਨ ਟੈਂਪਲ ਹੈ, ਸਾਡੇ ਪਿੰਡ ਦੀ ਜ਼ਮੀਨ ਤੇ ਵਸਿਆ ਹੋਇਆ ਹੈ।
ਇੱਕ ਕਹਾਣੀ ਹੈ ਰਜਨੀ ਵਾਲੀ, ਉਹ ਸਾਡੇ ਪਿੰਡ ਤੇ ਸੁਲਤਾਨਵਿੰਡ ਪਿੰਡ ਹੈ, ਉੱਥੇ ਉਹ ਆਪਣੇ ਪਿੰਗਲੇ ਪਤੀ ਵਾਸਤੇ ਖਾਣਾ ਜਿਹੜਾ ਹੈਗਾ ਲੈਣ ਗਈ ਸੀ। ਔਰ ਦੂਸਰੀ ਗੱਲ, ਇਸ ਪਿੰਡ ਦੀ ਇੱਕ ਹੋਰ ਖਾਸੀਅਤ ਹੈ ਕਿ ਜਦੋਂ ਨਵੇਂ ਪਾਤਸ਼ਾਹ ਨੂੰ ਆਪਣਾ ਅੰਦਰ ਨਹੀਂ ਵੜਨ ਦਿੱਤਾ ਗੋਲਡਨ ਟੈਂਪਲ ਦੇ ਉੱਤੇ, ਹੈ ਨਾ, ਉੱਥੋਂ ਕੱਢ ਦਿੱਤਾ ਗਿਆ ਸੀਗਾ, ਨਹੀਂ ਬੈਠਣ ਦਿੱਤਾ, ਤੇ ਉਹ ਨੇੜੇ ਦੇ ਪਿੰਡ, ਸਾਡੇ ਪਿੰਡ ਤੁੰਗ ਪਿੰਡ ਵਿੱਚ ਆ ਕੇ ਵਸੇ। ਅੱਛਾ, ਉੱਥੇ ਉਹ 2 ਬੋਰਡਾਂ ਵਿੱਚੋਂ ਇੱਕ ਬੋਰਡ ਹਾਲੀ ਵੀ ਮੌਜੂਦ ਹੈ, ਇਹਦੇ ਵਿੱਚ ਬੁੱਕ ਦੇ ਵਿੱਚ ਉਸਦੀ ਤਸਵੀਰ ਵੀ ਹੈ। ਵਾਹ ਜੀ ਵਾਹ। ਤੇ ਉੱਥੋਂ ਫਿਰ ਥੋੜੀ ਦੇਰ ਬੈਠ ਕੇ ਆਰਾਮ ਕਰਕੇ ਫਿਰ ਨਾਲ ਪਿੰਡ ਵੱਲਾ ਉੱਥੇ ਚਲੇ ਗਏ। ਤੇ ਇਹ ਮੇਰਾ ਇਤਿਹਾਸਕ ਪਿੰਡ ਹੈ ਜੀ, ਜਿਹਦੇ ਵਿੱਚੋਂ। ਕੀ ਬਾਤ ਹੈ ਜੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਤਿਹਾਸ ਜਿਹੜਾ ਹੈ ਜੀ, ਉਹ ਜਿਹੜਾ ਸਿਰਜਦੇ ਹਨ ਉਹ ਲੋਕ ਜਿਹੜੇ ਕਿ ਆਪਣੇ ਆਪੇ ਨੂੰ ਮਾਰ ਕੇ, ਜਾਂ ਇਹ ਕਹਿ ਲਓ ਕਿ ਜਿਹਨੂੰ ਆਪਾਂ ਕਹਿ ਲਈਏ ਨਾ ਕਿ ਵੱਖਰਾ ਕਰਕੇ ਦੁਨੀਆ ਨਾਲੋਂ। ਸੋ ਜਸਵੰਤ ਸਿੰਘ ਹੋਰਾਂ ਨੇ ਵੀ ਕੁਝ ਵੱਖਰਾ ਕਰਨ ਦਾ ਜਿਹੜਾ ਟੀਚਾ ਲੈ ਕੇ ਫਿਰ ਸਿੱਧਾ ਜਿਹੜਾ ਹੈ ਜੀ, ਤੁਸੀਂ ਕਾਲਜ ਪਹੁੰਚ ਜਾਂਦੇ ਹੋ, ਗਵਰਨਮੈਂਟ ਕਾਲਜ ਆਫ ਆਰਟਸ ਚੰਡੀਗੜ੍ਹ ਵਿੱਚ ਜੀ। ਤੇ ਉੱਥੋਂ ਫਿਰ ਜਿਹੜੀ ਵਿੱਦਿਆ ਜਿਹੜੀ ਹੈ, ਆਰਟ ਦੀ ਵਿੱਦਿਆ ਕਹਿ ਲਓ, ਵੈਸੇ ਤਾਂ ਇਨਬੋਰਨ ਹੁੰਦੀ ਹੈ, ਟੈਲੈਂਟ ਇਨਬੋਰਨ ਹੁੰਦੀ ਹੈ। ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਿਰ ਸਫ਼ਰ ਹੈ ਉਹ ਵਿਦੇਸ਼ਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਜੀ। ਬਿਲਕੁਲ ਠੀਕ ਹੈ ਜੀ। ਕਾਲਜ ਨਿਕਲਣ ਤੋਂ ਬਾਅਦ 2 ਸਾਲ ਮੈਂ ਅੰਬਾਲਾ ਪੋਲੀਟੈਕਨਿਕ ਕਾਲਜ ਆਰਟ ਪੜ੍ਹਾਉਂਦੇ ਰਹੇ ਹਾਂ। ਹਾਂਜੀ, ਆਰਕੀਟੈਕਚਰ ਸਟੂਡੈਂਟਸ ਨੂੰ। ਲੇਕਿਨ ਉੱਥੇ ਪਤਾ ਨਹੀਂ ਅੰਦਰ ਕੋਈ ਐਸੀ ਅੱਗ ਸੀਗੀ, ਜਿਹੜਾ ਫਿਰ ਸਰਕਾਰੀ ਜੌਬ, ਗਵਰਨਮੈਂਟ ਜੌਬ ਹੈ ਤੁਹਾਡੀ, ਤੁਸੀਂ ਗਜ਼ਟਡ ਆਫੀਸਰ, ਛੱਡਦਾ ਨਹੀਂ ਕੋਈ ਜੌਬ, ਵੈਸੇ ਕੋਈ ਨਹੀਂ ਛੱਡਦਾ। ਲੇਕਿਨ ਉਹ ਬਿਲਕੁਲ ਇੱਕ ਦਿਨ ਮਹਿਸੂਸ ਹੈ, ਕਿਉਂਕਿ ਆਰਟਿਸਟ ਜਿਹੜਾ ਹੈ ਨਾ, ਉਹ ਦਿਲ ਨਾਲ ਚੱਲਦਾ ਹੈ। ਉਹ ਮੈਨੂੰ ਲੱਗਦਾ ਕਿ ਦਿਮਾਗ ਨਾਲ ਵੀ ਚੱਲਣਾ ਚਾਹੀਦਾ, ਲੇਕਿਨ ਦਿਮਾਗ ਮੈਨੂੰ ਲੱਗਦਾ ਥੋੜਾ ਜਿਹਾ ਪਰੇ ਕਰਕੇ ਉਹ ਸਾਰਾ ਦਿਮਾਗ ਇੱਥੇ ਲਾਇਆ ਹੁੰਦਾ ਜੀ। ਤੁਸੀਂ ਆਪਣਾ ਜਿਹੜਾ ਆਰਟਿਸਟ ਹੈ, ਕਲਾਕਾਰ ਹੈ, ਉਹਨੇ ਆਪਣੀ ਸਾਰੀ ਜੀ ਜਾਨ, ਆਪਣੀ ਫੋਕਸ ਜਿਹੜਾ ਉਹਦਾ ਆਰਟ ਤੇ ਹੁੰਦਾ। ਸੋ ਤੁਸੀਂ ਕੀਨੀਆ ਪਹੁੰਚੇ ਜੀ? ਫਿਰ ਮੈਂ ਕੀਨੀਆ ਪਹੁੰਚ ਗਿਆ। ਕੀਨੀਆ ਤੋਂ ਬਾਅਦ ਉੱਥੇ ਦੇ ਰੰਗ ਜਿਹੜੇ ਸੀਗੇ, ਮੇਲੇ ਜਿਹੜੇ ਸੀਗੇ, ਉਹ ਮਾਣੇ ਲੋਕਾਂ ਨਾਲ, ਸਾਰਾ ਵਿਸਤਾਰ ਇਹਦੇ ਵਿੱਚ ਮੇਰੇ ਐਂਗਲ ਤੋਂ ਜਿਹੜਾ ਮੈਂ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ, ਕਿਉਂਕਿ ਸਾਡਾ ਇੱਕ ਅੰਦਰ ਇੱਕ, ਮੈਂ ਆਪਣੇ ਆਪ ਨੂੰ ਕਹਿਣਾ ਹੁੰਦਾ ਕਿ ਆਮ ਅ ਜਿਪਸੀ ਸੋਲ। ਵੈਰੀ ਰਾਈਟ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹਨਾਂ ਦੀ ਇਸ ਗੱਲ ਤੋਂ ਨਾ, ਜਗਤ ਇੱਕ ਤਮਾਸ਼ਾ ਹੈ, ਖੇਲ ਹੈ। ਹਿੰਦੂ ਜਾਂ ਸਨਾਤਨ ਇਸ ਨੂੰ ਮਾਇਆ ਕਹਿੰਦੇ ਨੇ। ਮਾਇਆ ਤਾਂ ਖੇਲ ਹੈ ਨਾ, ਜੋ ਹੈ ਉਹ ਨਹੀਂ ਹੈ, ਜੋ ਨਹੀਂ ਹੈ ਉਹ ਸਾਨੂੰ ਦਿਖਦਾ ਹੈ। ਤੇ ਉਹ ਜਿਹੜੀ ਮਾਇਆ ਹੈ, ਉਹ ਖੇਲ ਹੈ, ਉਹਦੇ ਵਿੱਚ ਫਿਰ ਸਾਡੀ ਯੂਰਪ ਦੀ ਦੌੜ ਹੋ ਗਈ। ਅੱਛਾ, ਫਿਰ ਯੂਰਪ ਆ ਗਈ। ਯੂਰਪ ਦੀ ਦੌੜ ਹੋ ਗਈ। ਯੂਰਪ ਤੋਂ ਬਾਅਦ ਫਿਰ ਕਹਿੰਦੇ ਹੁੰਦੇ ਕਿ ਸਨਸੈਟ ਇਨ ਵੈਸਟ, ਤੇ ਪਹੁੰਚ ਗਏ ਜੀ ਵੈਸਟ, ਤੇ ਫਿਰ ਕੈਨੇਡਾ ਪਹੁੰਚ ਗਏ ਜੀ। ਹਾਂਜੀ, ਬਹੁਤ ਅੱਛੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਹਨਾਂ ਦੀ ਜਿਹੜੀ ਪਿਛਲੇ ਕੁਝ ਸਮਿਆਂ ਤੋਂ ਜਿਹੜੇ ਵਿਸ਼ੇ ਨੂੰ ਲੈ ਕੇ, ਜਿਹੜੇ ਥੀਮ ਨੂੰ ਲੈ ਕੇ ਪੇਂਟਿੰਗ ਚੱਲ ਰਹੀ, ਤੁਸੀਂ ਬੈਕਗਰਾਊਂਡ 'ਚ ਭਲੇ ਭਾਂਤ ਦੇਖ ਰਹੇ ਹੋਵੋਗੇ। ਇਹਨਾਂ ਦੀ ਆਪਣੀ ਤਸਵੀਰ, ਉਹਦੇ 'ਚ ਵਾਹਿਗੁਰੂ ਸ਼ਬਦ ਦਾ ਦੋਨੋਂ ਪਾਸੇ, ਦੂਜੇ ਪਾਸੇ ਵੀ ਗੁਰਬਾਣੀ ਦਾ ਲਿਖਿਆ ਹੋਇਆ ਜਿਹੜਾ ਹੈ ਆ ਰਿਹਾ। ਸੋ ਔਰ ਵਧੇਰੇ ਜਿਹੜੀ ਜਾਣਕਾਰੀ ਹੈ ਜੀ ਇਹਨਾਂ ਦੀਆਂ ਪੇਂਟਿੰਗਸ ਬਾਰੇ, ਤੁਸੀਂ artofjaswant.com ਦੇ ਉੱਤੇ ਜਾ ਕੇ ਵੇਖ ਸਕਦੇ ਹੋ, ਤੇ ਉੱਥੋਂ ਤੁਸੀਂ ਪੇਂਟਿੰਗ ਜਿਹੜੀਆਂ ਆਪਣੇ ਘਰ ਵਾਸਤੇ ਮੰਗਵਾ ਵੀ ਸਕਦੇ ਹੋ, ਚਾਹੇ ਕੋਈ ਅਦਾਰਾ ਹੈ, ਚਾਹੇ ਕੁਛ ਵੀ ਹੈ। ਔਰ ਤੁਹਾਨੂੰ ਜਿਹੜਾ ਵੀ ਸਾਈਜ਼ ਪੇਂਟਿੰਗ ਦਾ ਚਾਹੀਦਾ, ਉਹ ਪੇਂਟਿੰਗ ਕਸਟਮ, ਜਿਵੇਂ ਕਹਿੰਦੇ ਨਾ ਅੱਜ ਕੱਲ੍ਹ ਇਹਨਾਂ ਮੁਲਕਾਂ 'ਚ ਤੁਹਾਨੂੰ ਆਪਣੇ ਪੋਰਟਰੇਟ ਜਾਂ ਕੋਈ ਆਪਣੇ ਚਾਹੁਣ ਵਾਲਿਆਂ ਦੇ, ਆਪਣੇ ਬਜ਼ੁਰਗਾਂ ਦੇ ਪੋਰਟਰੇਟ ਚਾਹੀਦੇ ਨੇ, ਤਾਂ ਉਹ ਸਰਵਿਸਿਜ਼ ਵੀ ਪੂਰੀ ਜਿਹੜੀਆਂ ਹਾਂਜੀ ਤੁਹਾਨੂੰ ਇਨ ਹਾਊਸ ਕੈਨੇਡਾ ਦੇ ਵਿੱਚੋਂ ਦਿੱਤੀਆਂ ਜਾ ਰਹੀਆਂ ਨੇ। ਸੋ ਪੇਂਟਿੰਗ ਦੇ ਜਿਹੜੇ ਤੁਹਾਡੇ ਵਿਸ਼ੇ ਨੇ ਜੀ, ਕਿਤਾਬ ਦੇ ਬਾਰੇ ਫਿਰ ਅੱਗੇ ਚੱਲ ਕੇ ਗੱਲ ਕਰਦੇ ਹਾਂ ਜੀ। ਅਕਸਰ ਪੇਂਟਰਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਵੀ ਉਹਦੇ ਸਾਹਮਣੇ, ਜਿਵੇਂ ਹੈ ਨਾ ਜੀ, ਕਮਰਸ਼ੀਅਲ ਪੇਂਟਰ ਹੋਰ ਹੁੰਦੇ ਨੇ ਕਈ, ਉਹ ਇੱਕ ਨਾ ਆਪਣੇ ਮਰਜ਼ੀ ਨਾਲ ਚੱਲਦੇ ਨੇ। ਤੁਸੀਂ ਵੀ ਦਿਲ ਦੀ ਗੱਲ ਕਹੀ ਹੈ। ਤੁਹਾਡੀਆਂ ਪੇਂਟਿੰਗਸ, ਮੈਨੂੰ ਦਰਸ਼ਕਾਂ ਨੂੰ ਮੈਂ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਵੱਖ-ਵੱਖ ਜਿਹੜੇ ਐਗਜ਼ੀਬਿਸ਼ਨਸ ਦੇ ਵਿੱਚ ਮੈਨੂੰ ਇਹਨਾਂ ਦੇ ਪੇਂਟਿੰਗ ਦੇਖਣ ਦਾ ਮੌਕਾ ਮਿਲਿਆ। ਸੋ ਗੁਰਬਾਣੀ ਦਾ ਜਿਹੜਾ ਹੈ ਇਹ ਰੁਝਾਨ ਕਿਵੇਂ ਆਇਆ ਜੀ? ਵੈਲ, ਮੇਰਾ ਮੁਝ ਮੇਂ ਕੁਛ ਨਹੀਂ, ਇਹ ਤਾਂ ਸੰਸਾਰ ਦਿੰਦਾ ਹੈ ਨਾ, ਜੋ ਜਾਂ ਅਸੀਂ ਜਿਹੜੀ ਬਿਲਟ ਇਨ CD ਸਾਡੇ ਅੰਦਰ ਲੱਗੀ ਹੁੰਦੀ ਹੈ, ਪਰਮਾਤਮਾ ਦੀ ਜਿਹੜੀ ਟੇਪ ਪਾਈ ਹੈ, ਉਹੀ ਚੱਲਦੀ ਰਹਿੰਦੀ ਹੈ। ਤੇ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਬਾਹਰ ਦਾ ਸੰਸਾਰ ਜਿਹੜਾ ਇਹ ਬੜਾ ਦੇਖ ਲਿਆ, ਬੜਾ ਵਧੀਆ ਹੈ। ਔਰ ਉਸ ਦੇ ਪਿੱਛੇ ਇੱਕ ਹੋਰ ਵੀ ਕਹਾਣੀ ਸੀ ਕਿ ਮੈਂ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀ ਔਰ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀਆਂ ਤਸਵੀਰਾਂ ਕੀਨੀਆ ਜਾਂ ਇੰਗਲੈਂਡ ਦੇ ਵਿੱਚ ਬਣਾਈਆਂ, ਰਾਈਟ। ਫਿਰ ਮੈਨੂੰ ਆਪਣੇ ਆਪ ਨੂੰ ਦੇਖਣ ਦਾ ਸਮਾਂ ਜਦੋਂ ਮਿਲਿਆ ਕਿ ਕੀ ਵਾਕਿਆ ਹੀ ਇਹ ਜਿਹੜੀ ਤਸਵੀਰ ਜਸਵੰਤ ਸਿੰਘ ਤੂੰ ਬਣਾਈ ਹੈ, ਚਾਹੇ ਤੂੰ ਸੋਭਾ ਸਿੰਘ ਹੋਰਾਂ ਦੀ ਪਹਿਲੀ ਤਸਵੀਰ ਕਾਪੀ ਕੀਤੀ ਸੀ ਜਾਂ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸੋਚ ਰਿਹਾ ਕਿ ਆਪਣੇ ਵੱਲੋਂ ਬਣਾਈ ਹੈ, ਮੈਂ ਉਦੋਂ ਬੜਾ ਪ੍ਰਾਊਡ ਫੀਲ ਕਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਤਲਵਾਰ ਫੜਾਈ ਹੁੰਦੀ, ਮੈਂ ਖੰਡਾ ਫੜਾਤਾ ਜੀ, ਬੜੀ ਵੱਡੀ ਗੱਲ ਕਰ ਦਿੱਤੀ। ਲੇਕਿਨ ਮੈਨੂੰ ਇਹ ਸਮਝ ਆਈ ਕਿ ਕੀ ਵਾਕਿਆ ਹੀ ਤੂੰ ਜਸਵੰਤ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਸਮਝਦਾ, ਜਾਣਦਾ ਕਿ ਪੇਂਟਿੰਗ ਤੱਕ ਕੀ ਹੈ, ਤੂੰ ਦੇਖਿਆ। ਮੈਂ ਕਿੱਦਾਂ ਕਹਿ ਸਕਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ?
ਮੈਂ ਕਿਵੇਂ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੇ। ਅੱਛਾ ਸਾਡੇ ਘਰ ਦੇ ਵਿੱਚ ਤਸਵੀਰਾਂ ਲੱਗੀਆਂ ਹੁੰਦੀਆਂ, ਅਸੀਂ ਬੱਚਿਆਂ ਨੂੰ ਦੱਸਦੇ ਆ ਬੇਟਾ ਆ ਤੇਰਾ ਚਾਚਾ ਹੈ, ਇਹ ਤੇਰਾ ਡੈਡੀ ਹੈ, ਹਾਲਾਂਕਿ ਸ਼ਕਲਾਂ ਇੱਕੋ ਜਿਹੀਆਂ ਹੁੰਦੀਆਂ ਨੇ, ਫਿਰ ਵੀ ਬੱਚੇ ਨੂੰ ਪਤਾ ਹੁੰਦਾ ਕਿ ਇਹ ਚਾਚਾ ਹੈ ਤੇ ਇਹ ਪਿਤਾ ਹੈ। ਜਿਹੜੀ ਤਸਵੀਰ ਮੈਂ ਜਿਹੜਾ ਬਣਾ ਰਿਹਾ ਉਹ ਗੁਰੂ ਸਾਹਿਬ ਹੈ ਨੇ। ਜਦੋਂ ਮੈਨੂੰ ਇਹ ਸੋਚ ਆਈ ਉਸ ਤੋਂ ਬਾਅਦ ਮੈਂ ਸੋਚਿਆ ਕਿ ਨਹੀਂ ਯਾਰ, ਜਿਹੜਾ ਅਸਲੀ ਚਿਹਰਾ ਹੈ ਨਾ ਬਾਣੀ, ਜਿਹੜਾ ਅਸਲੀ ਚਿਹਰਾ ਹੈ ਉਸ ਦੀ ਗੱਲ ਕਰਨੀ ਹੈ ਕਿ ਜਿਹੜਾ ਬਾਹਰੀ ਦਿੱਖ ਵਾਲਾ ਚਿਹਰਾ ਹੈ ਨਾ। ਫਿਰ ਮੈਂ ਇੱਕ ਤਸਵੀਰ ਬਣਾਈ, ਫੇਸ, ਓਰੀਜਨਲ ਫੇਸ। ਅੱਛਾ ਜੀ, ਕਿ ਅਸਲੀ ਚਿਹਰਾ ਕੀ ਹੈ। ਪੇਂਟਿੰਗ ਦਾ ਨਾਮ, ਪੇਂਟਿੰਗ ਦਾ ਨਾਮ ਸੀਗਾ। ਉਹਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਇੱਕ ਪੰਕਤੀ ਨੂੰ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਹਦੇ ਬਾਰੇ ਪਤਾ ਲੱਗਿਆ ਕਿ ਅਸਲੀ ਚਿਹਰਾ, ਉਹ ਬੜੀ ਮਾਡਰਨ ਜੀ ਗੱਲ ਸੀ, ਉਹਦੇ ਵਿੱਚ ਸਿੱਖੀਜ਼ਮ ਦੀ ਕੋਈ ਐਸੀ ਗੱਲ ਨਹੀਂ ਸੀ। ਲੇਕਿਨ ਫਿਰ ਮੈਨੂੰ ਹੌਲੀ ਹੌਲੀ ਲੱਗਿਆ ਕਿ ਜੋ ਤੇਰੇ ਅੰਦਰ ਚੱਲ ਰਿਹਾ ਹੈ ਜਸਵੰਤ ਸਿੰਘ, ਤੂੰ ਕੀ ਉਸ ਨੂੰ, ਕਿਉਂਕਿ ਕਲਾ ਜਿਹੜੀ ਹੈ ਨਾ, ਜਿਹੜੀ ਕ੍ਰੀਏਟਿਵ ਜਿੰਨੀਆਂ ਵੀ ਪ੍ਰੋਸੈਸ ਨੇ, ਜਿੰਨੀ ਵੀ ਬਾਹਰ ਆਊਟਪੁੱਟ ਆਉਂਦੀ, ਚਾਹੇ ਉਹ ਪੇਂਟਿੰਗ ਹੋਵੇ ਚਾਹੇ ਕਿਤਾਬ ਹੋਵੇ, ਮੈਨੂੰ ਲੱਗਦਾ ਕਿ ਇੱਕ ਇਨਸਾਨ ਦਾ ਅੰਦਰਲਾ ਜਿਹੜਾ ਹੈਗਾ ਨਾ ਸਾਰੇ ਕੁਝ ਦਾ ਦਰਪਣ ਹੁੰਦਾ ਹੈ। ਬਹੁਤ ਅੱਛੇ ਜੀ, ਔਰ ਮੈਂ ਸਮਝਦਾ ਕਿ ਤੁਸੀਂ ਬੜੀ ਵਧੀਆ ਗੱਲ ਆਖੀ, ਔਰ ਸਾਡੇ ਦਰਸ਼ਕ ਜਿਹੜੇ ਹਨ ਜੀ ਇਸ ਗੱਲੋਂ ਜਿਹੜਾ ਜੀ ਦਿਲ ਤੇ ਨਹੀਂ ਕਰਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਾਪਤੀ ਵੱਲ ਲੈ ਕੇ ਜਾਈਏ, ਕਿਉਂਕਿ ਸਮਾਂ ਸ਼ੋਅ ਦਾ ਸਮਾਪਤ ਹੋਣ ਵਾਲਾ ਹੈ। ਬੁਲਬੁਲੇ ਦੀ ਆਤਮ ਕਥਾ ਇਹ ਪਾਠਕਾਂ ਤੱਕ ਪਹੁੰਚ ਰਹੀ ਹੈ ਤੇ ਕਿਵੇਂ ਪਾਠਕ ਤੁਹਾਡੇ ਕੋਲੋਂ ਇਹ ਲੈ ਸਕਦੇ ਹਨ, ਇੱਕ ਵਾਰੀ ਜਾਂਦੇ ਜਾਂਦੇ ਦੱਸ ਦਿਓ ਜੀ। ਬਿਲਕੁਲ ਜੀ, ਫਿਲਹਾਲ ਤਾਂ ਬਹੁਤ ਥੋੜ੍ਹੀਆਂ ਜਿਹੀਆਂ ਕਿਤਾਬਾਂ ਨੇ ਜਿਹੜੀਆਂ ਜਦੋਂ ਇਸ ਦੀ ਲੋਕ ਅਰਪਣ ਕਰਨਾ ਹੈ ਤੇ ਉਹ ਮਿਲਣਗੀਆਂ, ਲੇਕਿਨ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੀ ਵੈਬਸਾਈਟ ਦੇ ਉੱਤੋਂ ਇਹ ਕਿਤਾਬ ਜਿਹੜੀ ਹੈ ਤੁਹਾਨੂੰ ਮਿਲ ਸਕੇ, ਤੁਹਾਡੇ ਘਰ ਆ ਜਾਏਗੀ ਕਿਤਾਬ ਔਰ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਹੋਰ ਵੀ ਜਿਹੜੀਆਂ ਇਦਾਰੇ ਨੇ ਜਾਂ ਜਿਹੜਾ ਐਮਾਜ਼ੋਨ ਜਾਂ ਹੋਰ ਕੁਝ ਹੈਗਾ ਮੀਡੀਆਸ ਹੈ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਵੀ ਪਾ ਸਕਾਂ। ਇਹ ਤੁਹਾਡਾ ਪਿਆਰ ਹੈ, ਤੁਸੀਂ ਇਸ ਕਿਤਾਬ ਨੂੰ ਦੇਖਣਾ ਚਾਹੋਗੇ, ਪੜ੍ਹਨਾ ਚਾਹੋਗੇ। ਮੈਨੂੰ ਲੱਗਦਾ ਕਿ ਇਟਸ ਵੈਰੀ ਇੰਟਰਸਟਿੰਗ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਇੰਟਰਸਟਿੰਗ ਹੁੰਦੀ ਹੈ, ਉਸ ਨੂੰ ਲਿਖਣਾ ਇੰਟਰਸਟਿੰਗ ਹੁੰਦਾ ਹੈ, ਪਰ ਐਜ਼ ਐਨ ਆਰਟਿਸਟ, ਐਜ਼ ਅ ਪੇਂਟਰ, ਐਜ਼ ਅ ਕ੍ਰੀਏਟਿਵ ਪਰਸਨ ਉਹ ਕਿਹੜੇ ਹਾਲਾਤਾਂ 'ਚੋਂ ਨਿਕਲਦਾ ਹੈ, ਮੈਨੂੰ ਲੱਗਦਾ ਕਿ ਉਹ ਥੋੜ੍ਹਾ ਜਿਹਾ ਵੱਖਰਾ ਤੇ ਬਹੁਤ ਹੀ ਰੋਚਕ ਹੋ ਸਕਦਾ ਹੈ। ਬਹੁਤ ਅੱਛੇ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਵੰਤ ਜੀ, ਤੁਸੀਂ ਸਟੂਡੀਓ 'ਚ ਆਏ ਔਰ ਸਾਡੇ ਦਰਸ਼ਕਾਂ ਦੇ ਨਾਲ ਬੁਲਬੁਲੇ ਦੀ ਆਤਮ ਕਥਾ ਜਿਹੜੀ ਕਿ ਲੋਕ ਅਰਪਣ ਹੋਣ ਜਾ ਰਹੀ ਹੈ ਪੁਸਤਕ, ਉਸ ਦੇ ਬਾਰੇ ਵਿਚਾਰ ਕੀਤੇ। ਸੋ ਜਸਵੰਤ ਜੀ ਦੇ ਨਾਲ ਫੋਨ ਦੇ ਉੱਤੇ ਔਰ ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਸੰਪਰਕ ਕਰ ਲਓ, ਔਰ ਤੁਹਾਡਾ ਪ੍ਰੋਗਰਾਮ ਦੇਖਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਹੁਣ ਲੈਣੇ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ, ਸਭ ਨੂੰ ਸਤਿ ਸ੍ਰੀ ਅਕਾਲ ਜੀ।